ਆਫਟਰਨੂਨ ਟੂ ਆਲ ਆਫ ਯੂ ਬੇਟਾ। ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜਿਵੇਂ ਕਿ ਪਿਛਲੇ ਕਲਾਸ ਦੇ ਵਿੱਚ ਆਪਾਂ ਪੜ੍ਹਿਆ ਸੀ ਭਾਸ਼ਾ ਜਾਂ ਬੋਲੀ, ਭਾਵ ਆਪਾਂ ਨੂੰ ਕਿਸੇ ਦੇ ਨਾਲ ਗੱਲਬਾਤ ਕਰਨ ਦੇ ਲਈ, ਆਪਣੇ ਹਾਵ ਭਾਵ ਪ੍ਰਗਟ ਕਰਨ ਦੇ ਲਈ ਭਾਸ਼ਾ ਦਾ ਰੂਪ ਵਰਤਣਾ ਪੈਂਦਾ ਹੈ। ਉਸੇ ਤਰ੍ਹਾਂ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਲਿਖਣ ਦੇ ਲਈ ਸਾਨੂੰ ਵਿਆਕਰਨ ਦੀ ਲੋੜ ਪੈਂਦੀ ਹੈ। ਵਿਆਕਰਨ ਦੇ ਕੁਝ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ ਵਰਤ ਕੇ ਅਸੀਂ ਸ਼ੁੱਧ ਪੰਜਾਬੀ ਭਾਸ਼ਾ ਨੂੰ ਲਿਖ ਸਕਦੇ ਹਾਂ। ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਲਿਖਣ ਦੇ ਲਈ ਜਾਂ ਪੜ੍ਹਨ ਦੇ ਲਈ ਭਾਸ਼ਾ ਵਿਗਿਆਨੀਆਂ ਨੇ ਕੁਝ ਨਿਯਮ ਬਣਾਏ ਹੁੰਦੇ ਹਨ ਅਤੇ ਇਹਨਾਂ ਨਿਯਮਾਂ ਦੇ ਸਮੂਹ ਨੂੰ ਹੀ ਵਿਆਕਰਨ ਕਿਹਾ ਜਾਂਦਾ ਹੈ। ਵਿਆਕਰਨ ਕਿਸੇ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਪ੍ਰਦਾਨ ਕਰਦੀ ਹੈ, ਕਿਉਂਕਿ ਜੇ ਭਾਸ਼ਾ ਦੇ ਲਿਖਣ ਵਿੱਚ ਅਸ਼ੁੱਧੀਆਂ ਹੋਣਗੀਆਂ ਤਾਂ ਬੱਚਾ ਉਹੀ ਅਸ਼ੁੱਧੀਆਂ ਦੇ ਨਾਲ ਹੀ ਉਸ ਭਾਸ਼ਾ ਨੂੰ ਸਿੱਖੇਗਾ ਅਤੇ ਹਰੇਕ ਭਾਸ਼ਾ ਦਾ ਆਪਣਾ ਵੱਖਰਾ ਇੱਕ ਵਿਆਕਰਨ ਹੁੰਦਾ ਹੈ। ਪੰਜਾਬੀ ਭਾਸ਼ਾ ਦਾ ਵੀ ਆਪਣਾ ਵੱਖਰਾ ਵਿਆਕਰਨ ਹੈ। ਅਸੀਂ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਵਿਆਕਰਨ ਦਾ ਮਹੱਤਵ ਕੀ ਹੈ। ਬੱਚਿਓ, ਵਿਆਕਰਨ ਉਹ ਸ਼ਾਸਤਰ ਹੈ ਜੋ ਭਾਸ਼ਾ ਦੇ ਸ਼ੁੱਧ ਰੂਪ ਦੀ ਜਾਣਕਾਰੀ ਦਿੰਦਾ ਹੈ, ਭਾਵ ਕਿ ਅਸੀਂ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਬਿਨਾਂ ਗਲਤੀ ਦੇ ਕਿਵੇਂ ਲਿਖਣਾ ਹੈ ਅਤੇ ਬੋਲਣਾ ਹੈ। ਇਸ ਲਈ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ ਲਿਖਣ ਲਈ ਵਿਆਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਜੇਕਰ ਵਿਆਕਰਨ ਨਾ ਹੁੰਦਾ ਤਾਂ ਸ਼ਾਇਦ ਬੋਲੀ ਦਾ ਇਹ ਰੂਪ ਨਾ ਹੁੰਦਾ ਜੋ ਅੱਜ ਸਾਡੇ ਸਾਹਮਣੇ ਹੈ, ਕਿਉਂਕਿ ਵਿਆਕਰਨ ਦੇ ਗਿਆਨ ਤੋਂ ਬਿਨਾਂ ਨਾ ਤਾਂ ਭਾਸ਼ਾ ਦਾ ਸ਼ੁੱਧ ਰੂਪ ਉਚਾਰਿਆ ਜਾ ਸਕਦਾ ਹੈ ਅਤੇ ਨਾ ਹੀ ਲਿਖਿਆ ਜਾ ਸਕਦਾ ਹੈ। ਇਸ ਨੂੰ ਉਚਾਰਨ ਕਰਨ ਦੇ ਲਈ, ਭਾਵ ਕਿ ਭਾਸ਼ਾ ਦਾ ਉਚਾਰਨ ਕਰਨ ਦੇ ਲਈ, ਇਸ ਨੂੰ ਲਿਖਣ ਦੇ ਲਈ ਅਤੇ ਇਸ ਨੂੰ ਸਮਝਣ ਦੇ ਲਈ ਵਿਆਕਰਨ ਦਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ। ਵਿਆਕਰਨ ਦੇ ਇਹ ਨਿਯਮ ਭਾਸ਼ਾ ਵਿਗਿਆਨੀਆਂ ਦੀ ਹੀ ਦੇਣ ਹਨ, ਜਿਨ੍ਹਾਂ ਨੇ ਸਾਨੂੰ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਪ੍ਰਦਾਨ ਕਰਨ ਦੇ ਲਈ ਜੋ ਨਿਯਮ ਪ੍ਰਦਾਨ ਕੀਤੇ ਹਨ। ਕੁਝ ਉਦਾਹਰਨਾਂ ਦੇਖੋ ਕਿ ਸਧਾਰਨ ਰੂਪ ਦੇ ਵਿੱਚ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਕਿੱਥੇ ਚੱਲਿਆ ਹੈ ਤੂੰ, ਕਿੱਥੇ ਚੱਲਿਆ ਤੂੰ ਲੜ ਕੇ। ਤਾਂ ਜੇ ਵਿਆਕਰਨਿਕ ਰੂਪ ਦੇਖੀਏ ਇਸ ਦਾ, ਕਿਉਂਕਿ ਇਸ ਦੇ ਵਿੱਚ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ ਕਿਸੇ ਨੂੰ, ਤਾਂ ਤੂੰ ਲੜ ਕੇ ਕਿੱਥੇ ਚੱਲਿਆ, ਇਸ ਦਾ ਸ਼ੁੱਧ ਰੂਪ ਹੋਏਗਾ। ਵਾਢੀ ਕਦੋਂ ਕਰਨੀ ਹੈ ਸ਼ੁਰੂ ਕਣਕ ਦੀ, ਤਾਂ ਵਿਆਕਰਨਿਕ ਸ਼ੁੱਧ ਰੂਪ, ਸ਼ੁੱਧ ਵਾਕ ਕੀ ਹੋਏਗਾ, ਤੁਸੀਂ ਇਹ ਦੇਖੋ ਕਿ ਕਣਕ ਦੀ ਵਾਢੀ ਕਦੋਂ ਸ਼ੁਰੂ ਕਰਨੀ ਹੈ। ਇਸੇ ਤਰ੍ਹਾਂ ਦੀਆਂ ਜੋ ਉਦਾਹਰਨਾਂ ਹੁੰਦੀਆਂ ਹਨ ਜਾਂ ਜੋ ਅਸੀਂ ਬੋਲਦੇ ਹਾਂ ਅਤੇ ਲਿਖਦੇ ਹਾਂ, ਉਹ ਸ਼ੁੱਧ ਰੂਪ ਦੇ ਵਿੱਚ ਹੀ ਲਿਖਣਾ ਜਾਂ ਬੋਲਣਾ ਹੁੰਦਾ ਹੈ। ਤਾਂ ਹੀ ਅਸੀਂ ਵਿਆਕਰਨਿਕ ਅਸ਼ੁੱਧੀਆਂ ਤੋਂ ਮੁਕਤੀ ਪਾ ਸਕਦੇ ਹਾਂ। ਅੱਗੇ ਅਸੀਂ ਦੇਖੀਏ ਕਿ ਜੇ ਵਿਆਕਰਨ ਦੇ ਕੁਝ ਅੰਗ ਹੁੰਦੇ ਹਨ ਜਿਨ੍ਹਾਂ ਰਾਹੀਂ ਅਸੀਂ ਭਾਸ਼ਾ ਦੀ ਵਰਤੋਂ ਕਰਦੇ ਹਾਂ, ਅਤੇ ਭਾਸ਼ਾ ਦੇ ਵਰਤਾਰੇ ਅਨੁਸਾਰ ਵਿਆਕਰਨ ਨੂੰ ਹੇਠ ਲਿਖੇ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ਵਿਆਕਰਨ ਦੇ ਅੰਗ ਵੀ ਕਿਹਾ ਜਾਂਦਾ ਹੈ। ਵਿਆਕਰਨ ਦਾ ਸਭ ਤੋਂ ਪਹਿਲਾ ਜੋ ਅੰਗ ਹੈ ਉਹ ਹੈ ਅੱਖਰ ਜਾਂ ਵਰਨਬੋਧ। ਜਿਵੇਂ ਕਿ ਸਾਡੀ ਜੋ ਗੁਰਮੁਖੀ ਲਿਪੀ ਹੈ, ਗੁਰਮੁਖੀ ਲਿਪੀ ਦੇ ਵਿੱਚ ਗੁਰਮੁਖੀ ਵਰਣਮਾਲਾ ਹੈ। ਜੋ ਸਾਡੀ ਵਰਣਮਾਲਾ ਹੈ ਉਸ ਦਾ ਇੱਕ ਇੱਕ ਅੱਖਰ ਸਾਡਾ ਅੱਖਰ ਜਾਂ ਵਰਨਬੋਧ ਅਖਵਾਉਂਦਾ ਹੈ। ਦੂਸਰੇ ਨੰਬਰ 'ਤੇ ਸ਼ਬਦਬੋਧ। ਉਹਨਾਂ ਅੱਖਰਾਂ ਨੂੰ ਜੋੜ ਕੇ ਅਤੇ ਉਹਨਾਂ ਅੱਖਰਾਂ ਦੇ ਨਾਲ ਮਾਤਰਾਵਾਂ ਦੀ ਵਰਤੋਂ ਕਰਨ ਤੋਂ ਬਾਅਦ ਜੋ ਸਾਡੇ ਕੋਲ ਵਿਆਕਰਨ ਦਾ ਰੂਪ ਆਉਂਦਾ ਹੈ ਉਹ ਹੁੰਦਾ ਹੈ ਸ਼ਬਦਬੋਧ। ਅਗਲਾ ਅਰਥਬੋਧ, ਜੋ ਵਿਆਕਰਨ ਦਾ ਤੀਸਰਾ ਅੰਗ ਕਹਿਲਾਉਂਦਾ ਹੈ, ਅਤੇ ਵਿਆਕਰਨ ਦਾ ਚੌਥਾ ਅੰਗ ਹੁੰਦਾ ਹੈ ਵਾਕਬੋਧ। ਇਹਨਾਂ ਚਾਰੇ ਅੰਗਾਂ ਨੂੰ ਜੇ ਅਸੀਂ ਡਿਟੇਲ ਵਿੱਚ ਥੋੜ੍ਹਾ ਦੇਖੀਏ ਤਾਂ ਭਾਵ ਕਿ ਅੱਖਰ ਜਾਂ ਵਰਨਬੋਧ ਵਿਆਕਰਨ ਦਾ ਉਹ ਅੰਗ ਹੈ ਜਿਸ ਰਾਹੀਂ ਅੱਖਰਾਂ, ਲਗਾਖਰਾਂ ਦੇ ਰੂਪ, ਉਚਾਰਨ ਅਤੇ ਸਹੀ ਵਰਤੋਂ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ। ਭਾਵ ਕਿ ਜੋ ਅੱਖਰਬੋਧ ਹੈ ਇਹ ਵਿਆਕਰਨ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ, ਕਿਉਂਕਿ ਇਹਨਾਂ ਦੇ ਨਾਲ ਜਦੋਂ ਅਸੀਂ ਮਾਤਰਾਵਾਂ ਜਾਂ ਲਗਾਖਰ ਵਰਤਦੇ ਹਾਂ ਤਾਂ ਸਾਡੇ ਕੋਲ ਸ਼ਬਦਾਂ ਦਾ ਗਿਆਨ ਆਉਂਦਾ ਹੈ। ਸ਼ਬਦਬੋਧ ਕੀ ਹੁੰਦਾ ਹੈ? ਸ਼ਬਦਬੋਧ ਰਾਹੀਂ ਸ਼ਬਦ ਬਣਤਰ, ਸ਼ਬਦ ਦੀਆਂ ਕਿਸਮਾਂ, ਸ਼ਬਦ ਰਚਨਾ, ਸ਼ਬਦ ਰੂਪਾਂਤਰਨ ਅਤੇ ਸ਼ਬਦ ਵੰਡ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ।
ਇਸ ਤੋਂ ਇਲਾਵਾ ਜਦੋਂ ਅਸੀਂ ਅਰਥ-ਬੋਧ ਦੀ ਗੱਲ ਕਰਦੇ ਹਾਂ ਤਾਂ ਅਰਥ-ਬੋਧ ਵਿਆਕਰਨ ਦੀ ਉਹ ਇਕਾਈ ਹੈ ਜਿਸ ਵਿੱਚ ਸ਼ਬਦਾਂ ਦੇ ਗਿਆਨ ਦੇ ਪੱਖੋਂ ਵਿਆਖਿਆ ਕੀਤੀ ਜਾਂਦੀ ਹੈ। ਭਾਵ ਕਿ ਜੋ ਅਸੀਂ ਬੋਲਦੇ ਹਾਂ, ਲਿਖਦੇ ਹਾਂ, ਉਹਨਾਂ ਅੱਖਰਾਂ ਦਾ, ਉਹਨਾਂ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ। ਕਿਉਂਕਿ ਸ਼ਬਦ ਜੋ ਹੁੰਦੇ ਹਨ, ਜਿਵੇਂ ਨਿਰਾਰਥਕ ਅਤੇ ਸਾਰਥਕ ਸ਼ਬਦ ਹੁੰਦੇ ਹਨ, ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਹੁੰਦਾ ਹੈ ਉਸਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ, ਅਤੇ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ ਤਾਂ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਆਪਾਂ ਗੱਲ ਕਰੀਏ ਕਿ ਰੋਟੀ ਰਾਟੀ, ਤਾਂ ਰੋਟੀ ਦਾ ਤਾਂ ਅਰਥ ਹੈ ਪਰ ਰਾਟੀ ਦਾ ਕੋਈ ਅਰਥ ਨਹੀਂ ਹੈ। ਤਾਂ ਇਸ ਤਰ੍ਹਾਂ ਜਿਸ ਵਿੱਚ ਸ਼ਬਦਾਂ ਦੇ ਅਰਥਾਂ ਦੇ ਪੱਖੋਂ ਵਿਆਖਿਆ ਕੀਤੀ ਜਾਂਦੀ ਹੈ ਤਾਂ ਉਸਨੂੰ ਅਰਥ-ਬੋਧ ਕਿਹਾ ਜਾਂਦਾ ਹੈ। ਜਿਸ ਰਾਹੀਂ ਵਿਰੋਧਾਤਮਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਆਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਨਿਯਮਾਂ ਬਾਰੇ ਵੀ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਆਕਰਨ ਦਾ ਜੋ ਚੌਥਾ ਅੰਗ ਹੈ ਉਹ ਹੈ ਵਾਕ-ਬੋਧ। ਵਾਕ-ਬੋਧ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਹੈ ਜਿਸ ਰਾਹੀਂ ਵਾਕ ਰਚਨਾ, ਵਾਕ ਦੇ ਹਿੱਸਿਆਂ, ਵਾਕ ਵੰਡ, ਵਾਕ ਵਟਾਂਦਰਾ ਅਤੇ ਵਿਸ਼ਰਾਮ ਚਿੰਨ੍ਹ ਆਦਿ ਦੇ ਨਿਯਮਾਂ ਬਾਰੇ ਦੱਸਿਆ ਜਾਂਦਾ ਹੈ। ਵਾਕ-ਬੋਧ ਦੇ ਵਿੱਚ ਵਾਕ ਰਚਨਾ ਦੀ ਜੇ ਗੱਲ ਕਰੀਏ ਤਾਂ ਭਾਵ ਕਿ ਨਵੇਂ ਵਾਕਾਂ ਦੀ ਰਚਨਾ ਕਰਨਾ। ਵਾਕ ਦੇ ਹਿੱਸਿਆਂ ਦੀ ਗੱਲ ਕਰੀਏ ਤਾਂ ਵਾਕ ਦੇ ਜੋ ਹਿੱਸੇ ਹੁੰਦੇ ਹਨ, ਜਿਵੇਂ ਅਲੱਗ-ਅਲੱਗ ਹਿੱਸੇ, ਅਤੇ ਵਾਕ ਵੰਡ। ਤਾਂ ਇਸੇ ਤਰ੍ਹਾਂ ਇਹ ਜੋ 4 ਅੰਗ ਹਨ ਵਿਆਕਰਨ ਦੇ, ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੇ ਹਨ। ਇਹਨਾਂ ਦਾ ਗਿਆਨ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਭਾਸ਼ਾ ਅਤੇ ਵਿਆਕਰਨ ਦੀ ਜੇ ਅਸੀਂ ਸੰਖੇਪ ਜਾਣਕਾਰੀ ਦੀ ਗੱਲ ਕਰੀਏ, ਜਿਵੇਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ, ਅਤੇ ਅੱਜ ਆਪਾਂ ਪੜ੍ਹਿਆ ਕਿ ਵਿਆਕਰਨ ਦਾ ਅਰਥ ਅਤੇ ਵਿਆਕਰਨ ਦੇ ਅੰਗ। ਤਾਂ ਇਹਨਾਂ ਦੀ ਜੇ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਦੇਖੀਏ ਤਾਂ ਸਭ ਤੋਂ ਪਹਿਲਾਂ ਹੈ ਕਿ ਜਿਸ ਸਾਧਨ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਇੱਕ ਦੂਜੇ ਅੱਗੇ ਪਹੁੰਚਾਉਂਦੇ ਹਾਂ ਉਸ ਨੂੰ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਭਾਸ਼ਾ 2 ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਸਾਡੀ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ, ਜਿਵੇਂ ਕਿ ਮੈਂ ਹੁਣ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ, ਜਾਂ ਤੁਸੀਂ ਆਪਸ ਦੇ ਵਿੱਚ, ਪਰਿਵਾਰ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਰਹਿੰਦੇ ਹੋਏ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਹੋ ਅਤੇ ਆਪਣੇ ਹਾਵ ਭਾਵ ਇੱਕ ਦੂਜੇ ਦੇ ਨਾਲ ਬੋਲ ਕੇ ਸਾਂਝੇ ਕਰਦੇ ਹੋ। ਲਿਖਤੀ ਭਾਸ਼ਾ ਸ਼ੁੱਧ ਭਾਸ਼ਾ ਹੁੰਦੀ ਹੈ, ਜਿਵੇਂ ਕਿਤਾਬਾਂ ਦੀ ਜੋ ਭਾਸ਼ਾ ਹੁੰਦੀ ਹੈ ਇਹ ਸ਼ੁੱਧ ਭਾਸ਼ਾ ਕਹਿਲਾਉਂਦੀ ਹੈ। ਕਿਸੇ ਕੇਂਦਰੀ ਭਾਸ਼ਾ ਦੇ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਬੋਲੇ ਜਾਂਦੇ ਕੁਝ ਸ਼ਬਦ ਉਪਭਾਸ਼ਾ ਦਾ ਰੂਪ ਧਾਰਨ ਕਰਦੇ ਹਨ, ਕਿਉਂਕਿ ਹਰ ਇਲਾਕੇ ਦੇ ਆਪਣੇ ਕੁਝ ਬਣਾਏ ਹੋਏ ਸ਼ਬਦ ਹੁੰਦੇ ਹਨ। 6ਵੇਂ ਨੰਬਰ 'ਤੇ ਦੇਖੋ ਕਿ ਆਵਾਜਾਈ ਅਤੇ ਸੰਚਾਰ ਸਾਧਨਾਂ ਦੀ ਘਾਟ ਕਾਰਨ ਉਪਭਾਸ਼ਾਵਾਂ ਪੈਦਾ ਹੁੰਦੀਆਂ ਹਨ, ਕਿਉਂਕਿ ਹਰ ਬੰਦਾ, ਹਰ ਖੇਤਰ, ਹਰ ਇਲਾਕੇ ਦੇ ਵਿੱਚ ਆਪਣੀ ਆਪਣੀ ਸਹੂਲਤ ਦੇ ਅਨੁਸਾਰ ਲੋਕ ਨਵੇਂ-ਨਵੇਂ ਸ਼ਬਦ ਘੜ ਲੈਂਦੇ ਹਨ। ਉਸ ਤੋਂ ਬਾਅਦ ਆਵਾਜਾਈ ਦੇ ਸਾਧਨਾਂ ਦੇ ਵਧਣ ਨਾਲ ਉਪਭਾਸ਼ਾਵਾਂ ਦਾ ਅਸਰ ਘਟ ਰਿਹਾ ਹੈ। ਅੱਗੇ ਦੇਖੋ, ਮਾਝੀ, ਮਲਵਈ, ਦੁਆਬੀ, ਪੁਆਧੀ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਹਨ। ਮਾਝੀ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ, ਮਲਵਈ ਮਾਲਵੇ ਦੇ ਖੇਤਰ ਵਿੱਚ, ਦੁਆਬੀ ਦੁਆਬੇ ਦੇ ਖੇਤਰ ਵਿੱਚ ਅਤੇ ਪੁਆਧੀ ਪੁਆਧ ਦੇ ਖੇਤਰ ਵਿੱਚ ਬੋਲੀਆਂ ਜਾਣ ਵਾਲੀਆਂ ਉਪਭਾਸ਼ਾਵਾਂ ਹਨ। ਪੰਜਾਬੀ ਸਾਡੀ ਭਾਸ਼ਾ ਹੈ ਅਤੇ ਇਹ 4 ਸਾਡੀਆਂ ਉਪਭਾਸ਼ਾਵਾਂ ਹਨ। ਅੱਗੇ ਪੋਠੋਹਾਰੀ, ਮੁਲਤਾਨੀ, ਇਹ ਜੋ ਉਪਭਾਸ਼ਾਵਾਂ ਹਨ ਇਹ ਪਾਕਿਸਤਾਨੀ ਪੰਜਾਬ ਦੇ ਵਿੱਚ ਪ੍ਰਚਲਿਤ ਹਨ, ਕਿਉਂਕਿ ਪਹਿਲਾ ਜੋ ਪੰਜਾਬ ਸੀ, ਲਹਿੰਦਾ ਅਤੇ ਚੜ੍ਹਦਾ ਪੰਜਾਬ, ਇਹ ਦੋਨੋਂ ਇੱਕ ਹੀ ਪੰਜਾਬ ਸਨ। ਤਾਂ ਹੁਣ ਪੰਜਾਬ ਦੀ ਭਾਵੇਂ ਵੰਡ ਹੋ ਚੁੱਕੀ ਹੈ, ਪਰ ਪੋਠੋਹਾਰੀ ਅਤੇ ਮੁਲਤਾਨੀ ਭਾਸ਼ਾ ਦਾ ਪ੍ਰਯੋਗ ਹਾਲੇ ਵੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕੀਤਾ ਜਾਂਦਾ ਹੈ। ਉਸ ਤੋਂ ਅੱਗੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਦੁਆਬੀ ਭਾਸ਼ਾ ਪ੍ਰਚਲਿਤ ਹੈ। ਜਿਵੇਂ ਕਿ ਆਪਾਂ ਉੱਪਰ ਪੰਜਾਬੀ ਭਾਸ਼ਾ ਦੇ ਉਪਭਾਸ਼ਾਈ ਖੇਤਰ ਪੜ੍ਹੇ, ਤਾਂ ਉਹਨਾਂ ਦੇ ਹੀ ਅੱਗੇ ਜੋ ਇਲਾਕੇ ਹਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਜ਼ਿਲ੍ਹੇ ਆਦਿ ਦੁਆਬੀ ਉਪਭਾਸ਼ਾ ਦੇ ਅਧੀਨ ਆਉਂਦੇ ਹਨ। ਮਲਵਈ ਉਪਭਾਸ਼ਾ ਦਾ ਘੇਰਾ ਬਹੁਤ ਵਿਸ਼ਾਲ ਹੈ। ਉਸ ਤੋਂ ਇਲਾਵਾ ਕਿਉਂਕਿ ਇਹਦੇ ਵਿੱਚ ਮਲਵਈ ਭਾਸ਼ਾ ਦੇ ਵਿੱਚ ਬਹੁਤ ਸਾਰੇ ਖੇਤਰ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਮਲਵਈ ਭਾਸ਼ਾ ਉਪਭਾਸ਼ਾ ਦੇ ਵਿੱਚ ਬਹੁਤ ਸਾਰੇ ਖੇਤਰ ਆਉਂਦੇ ਹਨ। 12ਵੇਂ ਨੰਬਰ 'ਤੇ ਦੇਖੋ, ਪੁਆਧੀ ਉਪਭਾਸ਼ਾ, ਇਹ ਬਹੁਤ ਘੱਟ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ।
ਉਸ ਤੋਂ ਇਲਾਵਾ ਮਾਝੀ ਉਪਭਾਸ਼ਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਪ੍ਰਚਲਿਤ ਹੈ ਅਤੇ ਇਸ ਉਪਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਆਧਾਰ ਮੰਨਿਆ ਜਾਂਦਾ ਹੈ, ਕਿਉਂਕਿ ਜੋ ਸ਼ੁੱਧ ਪੰਜਾਬੀ ਭਾਸ਼ਾ ਹੈ ਸਾਡੀ, ਜਿਸ ਨੂੰ ਮਾਨਤਾ ਪ੍ਰਾਪਤ ਹੈ, ਉਸ ਨੂੰ ਟਕਸਾਲੀ ਬੋਲੀ ਜਾਂ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। ਜੋ ਸਾਡੇ ਅਖਬਾਰਾਂ, ਮੈਗਜ਼ੀਨਾਂ, ਕਿਤਾਬਾਂ ਜਾਂ ਦਫ਼ਤਰਾਂ ਆਦਿ ਦੇ ਵਿੱਚ ਵਰਤੀ ਜਾਣ ਵਾਲੀ ਜੋ ਭਾਸ਼ਾ ਹੁੰਦੀ ਹੈ ਉਹ ਮਾਝੀ ਭਾਸ਼ਾ ਹੁੰਦੀ ਹੈ ਅਤੇ ਉਸ ਨੂੰ ਟਕਸਾਲੀ ਬੋਲੀ ਜਾਂ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। 14ਵੇਂ ਨੰਬਰ 'ਤੇ ਦੇਖੋ, ਭਾਰਤ ਵਿੱਚ ਭਾਰਤੀ ਸੰਵਿਧਾਨ ਨੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ਅਤੇ ਜਿਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਭਾਸ਼ਾ ਹੈ। 15 ਨੰਬਰ 'ਤੇ ਦੇਖੋ, ਪੰਜਾਬੀ ਵਿੱਚ ਅੰਗਰੇਜ਼ੀ, ਪੰਜਾਬੀ, ਹਿੰਦੀ 3 ਭਾਸ਼ਾਵਾਂ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਹਨ। ਅੱਗੇ ਜਿਹੜੀ ਭਾਸ਼ਾ ਬੱਚਾ ਜਨਮ ਸਮੇਂ ਆਪਣੀ ਮਾਂ ਕੋਲੋਂ ਸਿੱਖਦਾ ਹੈ ਉਹ ਉਸਦੀ ਮਾਤ ਭਾਸ਼ਾ ਹੁੰਦੀ ਹੈ। ਜਿਹੜੀ ਭਾਸ਼ਾ ਪੂਰੇ ਦੇਸ਼ ਵਿੱਚ ਬੋਲੀ ਜਾਂਦੀ ਹੋਵੇ ਉਹ ਸਾਡੀ ਰਾਸ਼ਟਰੀ ਭਾਸ਼ਾ ਹੁੰਦੀ ਹੈ ਅਤੇ ਜਿਹੜੀ ਭਾਸ਼ਾ ਦੂਜੇ ਦੇਸ਼ਾਂ ਦੇ ਨਾਲ ਸੰਬੰਧ ਬਣਾਉਣ ਦੇ ਲਈ ਵਰਤੀ ਜਾਂਦੀ ਹੈ ਉਹ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੁੰਦੀ ਹੈ। ਜਿਵੇਂ ਕਿ ਜੋ ਸਾਡੀ ਹਰੇਕ ਰਾਜ ਦੀ ਆਪਣੀ ਇੱਕ ਰਾਜ ਭਾਸ਼ਾ ਹੁੰਦੀ ਹੈ, ਜਿਵੇਂ ਪੰਜਾਬ ਰਾਜ ਦੀ ਪੰਜਾਬੀ ਰਾਜ ਭਾਸ਼ਾ ਹੈ ਅਤੇ ਭਾਰਤ ਦੀ ਜੇ ਗੱਲ ਕਰੀਏ ਤਾਂ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਅਤੇ ਜੇ ਅੰਤਰਰਾਸ਼ਟਰੀ ਭਾਸ਼ਾ ਦੀ ਗੱਲ ਕਰੀਏ ਤਾਂ ਅੰਗਰੇਜ਼ੀ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ। ਤਾਂ ਇਸ ਤਰ੍ਹਾਂ ਭਾਸ਼ਾ ਜਾਂ ਬੋਲੀ ਅਤੇ ਵਿਆਕਰਨ ਇਹ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਹਨ ਅਤੇ ਇਹਨਾਂ ਦੋਨਾਂ ਤੋਂ ਬਿਨਾਂ ਅਸੀਂ ਸ਼ੁੱਧ ਪੰਜਾਬੀ ਭਾਸ਼ਾ ਨਾ ਬੋਲ ਸਕਦੇ ਹਾਂ ਅਤੇ ਨਾ ਹੀ ਲਿਖ ਸਕਦੇ ਹਾਂ। ਖੇਤਰੀ ਇਲਾਕਿਆਂ ਦਾ ਅੰਤਰ ਜ਼ਰੂਰ ਹੁੰਦਾ ਹੈ, ਪਰ ਪੰਜਾਬੀ ਭਾਸ਼ਾ ਜੋ ਸ਼ੁੱਧ ਟਕਸਾਲੀ ਬੋਲੀ ਹੈ ਸਾਡੀ, ਉਹ ਮਾਝੇ ਦੀ ਗਿਣੀ ਜਾਂਦੀ ਹੈ। ਤੁਸੀਂ ਆਸ ਕਰਦੀ ਹਾਂ ਕਿ ਇਹਨਾਂ ਵਿਆਕਰਨ ਦੀ ਪਰਿਭਾਸ਼ਾਵਾਂ ਤੋਂ ਜਾਂ ਇਹਨਾਂ ਦੇ ਜੋ ਰੂਪ ਹਨ, ਵਿਆਕਰਨ ਦੇ ਅਲੱਗ-ਅਲੱਗ ਅੰਗ ਹਨ, ਇਹਨਾਂ ਤੋਂ ਕੁਝ ਸਿੱਖੋਗੇ ਅਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲਾ ਟੌਪਿਕ ਲਵਾਂਗੇ। ਧੰਨਵਾਦ।